ਕਹਿੰਦੇ ਸਿਆਸੀ ਸਾਖ ਖਤਮ ਹੁੰਦੀ ਜਾ ਰਹੀ ਹੈ, ਇਸ ਲਈ ਬੰਦੀ ਸਿੰਘ ਅੱਜ ਯਾਦ ਆ ਰਹੇ ਨੇ। ਪਹਿਲਾਂ ਬੰਦੀ ਸਿੰਘ ਕਿੱਧਰ ਗਏ ਸੀ? ਦਵਿੰਦਰਪਾਲ ਸਿੰਘ ਭੁੱਲਰ ਦੀ ਅਗਰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਗਿਆ ਤੇ ਉਹ ਸਾਡੀਆਂ ਕੋਸ਼ਿਸ਼ਾਂ ਦੇ ਕਰਕੇ ਬਦਲਿਆ ਗਿਆ। ਦੱਸੋ ਕਿਹੜਾ ਸਿੱਖ ਲੀਡਰ ਉੱਥੇ ਪੁੱਛਣ ਗਿਆ ਸਿੱਖਾਂ ਨੂੰ? ਅਸੀਂ ਦੋਵੇਂ ਭਰਾ ਗਏ। ਕੇਂਦਰ ਦੇ ਵਿੱਚ ਸਰਕਾਰ ਰਹੀ ਹੈ ਬੀਜੇਪੀ ਦੀ, ਉਦੋਂ ਬੀਜੇਪੀ ਦੇ ਨਾਲ ਭਾਈਵਾਲ ਸੀ, ਉਦੋਂ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ? ਉਦੋਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛਡਵਾਇਆ? ਆਲ ਪਾਵਰਫੁਲ ਪਰਸਨੈਲਿਟੀ ਬਾਦਲ ਸਾਹਿਬ ਸਨ, ਜੋ ਚਾਹੁੰਦੇ ਕਿਸੇ ਨੂੰ ਦੇਣਾ ਚਾਹੁੰਦੇ ਉਹ ਦੇ ਸਕਦੇ ਸਨ। ਕਿਉਂ ਨਹੀਂ ਕੀਤਾ ਤੁਸੀਂ? ਇਹਨਾਂ ਗੱਲਾਂ ਦੇ ਜਵਾਬ ਉਹ ਦੇਣਗੇ, ਉਹਨਾਂ ਦੀ ਗੱਲਾਂ ਦੇ ਜਵਾਬ ਮੈਂ ਕਿਸੇ ਨਾਲ ਦੇ ਸਕਦਾ। ਸਿੱਖ ਪੰਥ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਗਈ। ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਚਟਾਨ ਵਾਕਣ ਖੜੇ ਹਾਂ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੋਤਾ। ਇਹਨਾਂ ਦੇ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਜਿਹੜਾ ਲਗਾਤਾਰ ਖਾਲਿਸਤਾਨ ਦੀ ਗੱਲ ਕਰਦਾ ਹੈ। ਮਾਨ ਸਾਹਿਬ ਸਤਿਕਾਰਯੋਗ ਹਸਤੀ ਨੂੰ ਜੋ ਉਹਨਾਂ ਨੇ ਮੰਗਣਾ ਮੰਗਣ, ਉਹ ਖਾਲਿਸਤਾਨ ਮੰਗਣ, ਹਿੰਦੁਸਤਾਨ ਮੰਗਣ, ਪਾਕਿਸਤਾਨ ਮੰਗਣ ਤੇ ਰਾਜ ਮੰਗਣ, ਜੋ ਮਰਜ਼ੀ ਮੰਗਣ, ਉਹਨਾਂ ਦੀ ਮਰਜ਼ੀ ਹੈਗੀ। ਅਸੀਂ ਹਿੰਦੁਸਤਾਨ ਨੂੰ ਸਿੱਖ ਰਾਜ ਬਣਾਵਾਂਗੇ। ਕੁਝ ਸਿੱਖ ਲੀਡਰ ਦਿੱਲੀ ਦੇ ਵਿੱਚ ਅਜਿਹੇ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਬੀਜੇਪੀ ਦਾ ਸਾਥ ਦਿਓ। ਮੋਦੀ ਸਾਹਿਬ ਨੇ 555ਵੇਂ ਪ੍ਰਕਾਸ਼ ਉਤਸਵ ਤੇ ਕਿਹਾ ਸੀ ਕਿ ਬੰਦੀ ਸਿੰਘ ਰਿਹਾਈ ਕਰਾਵਾਂਗਾ, ਕਿੱਥੇ ਹੋਏ? ਇਹ ਜਥੇਬੰਦੀ ਮਰ ਗਈ, ਫਿਰ ਸਿੱਖਾਂ ਦਾ ਵੀ ਗੱਲਬਾਤ ਜਿਹੜੀ ਹੈ ਖਤਮ ਹੋ ਜਾਣੀ ਹੈ। ਕਿਹਦੇ ਨਾਲ ਗੱਲ ਚੱਲੀ ਸੀ ਬੀਜੇਪੀ ਦੇ ਅੰਦਰ? ਜੇ ਮੈਂ ਗੱਲ ਕਰਾਂ ਨਾ ਪੁੱਛੋ ਹੁਣ, ਉਹ ਫਿਰ ਗੱਲ ਠੀਕ ਨਹੀਂ ਰਹਿੰਦੀ। ਹਾਈ ਆਪਾਂ ਨਾਲ ਹੀ ਚੱਲੀ, ਕਿਸੇ ਚਪੜਾਸੀ ਨਾਲ ਨਹੀਂ ਚੱਲੀ। ਜਿਹੜੇ ਹਾਈ ਆਪ ਜਨਤਕ ਕਰਨ ਦੇ ਵਿੱਚ ਕੀ ਨੁਕਸਾਨ? ਜਨਤਕ ਨਹੀਂ ਕਰੀਦਾ ਗੱਲਾਂ, ਫਿਰ ਉਹ ਠੀਕ ਨਹੀਂ ਰਹਿੰਦਾ। ਮੈਂ ਤੁਹਾਨੂੰ ਇਸ ਤਰ੍ਹਾਂ ਕਹਿਤਾ ਹੈ। ਕੀ ਜਵਾਬ ਕੀ ਆਇਆ? ਜਵਾਬ ਆਏ ਕੋਈ ਨਹੀਂ। ਰਿਸ਼ਤਾ ਵੇਖ ਕੇ ਤੇ ਨਾ ਹਾਂ ਕੀਤੀ ਨੇ ਤੇ ਨਾ ਕੀਤੀ ਨੇ। ਨਾ ਸਮਝ ਕੇ ਸਿੱਖ ਵੋਟਰਾਂ ਨੂੰ, ਸਿੱਖ ਭਾਈਚਾਰੇ ਨੂੰ ਦਿੱਲੀ ਦੇ ਵਿੱਚ ਐਮਸੀਡੀ ਚੁਣਾਵ ਦੇ ਵਿੱਚ ਕੀ ਕਹਿ ਰਹੇ ਹੋ? ਅਸੀਂ ਕਹਾਂਗੇ ਵੀ ਜਿਹੜੇ ਇਸ ਡਿਮਾਂਡ ਨੂੰ ਪੂਰਾ ਕਰਨ ਉਹਨੂੰ ਵੋਟਾਂ ਪਾ ਦਿਓ। ਕੀ ਲੱਗਦਾ ਕਿ ਕਾਉਂਸਲਰ ਦੀ ਇੰਨੀ ਉਹ ਪਾਵਰ ਹੁੰਦੀ ਹੈ ਕਿ ਜੋ ਆਪਣੀ ਪਾਰਟੀ ਦੇ ਨਾਲ, ਮੰਨ ਲਓ ਕਾਂਗਰਸ ਦਾ, ਆਮ ਆਦਮੀ ਪਾਰਟੀ ਦਾ, ਬੀਜੇਪੀ ਦਾ, ਉਹਨਾਂ ਦੇ ਨਾਲ ਬੰਦੀ ਸਿੰਘ ਰਿਹਾ ਹੋਣਗੇ, ਜਾਂ ਫਿਰ ਇੱਕ ਵੇਵ ਛੇੜਨ ਦੀ ਗੱਲ? ਵੇਵ ਛੇੜਨ ਦੀ ਗੱਲ ਹੈ ਕਿ ਰਿਹਾ ਤੇ ਤਾਂ ਹੀ ਹੋਣਗੇ ਜਦ ਸੈਂਟਰ ਦੀ ਸਰਕਾਰ ਚਾਹੇਗੀ ਕਿ ਤੁਸੀਂ ਐਮਸੀਡੀ ਦੀਆਂ ਵੋਟਾਂ ਦੇ ਵਿੱਚ ਨੋਟਾ ਦਾ ਬਟਨ ਦੱਬੋ। ਨਹੀਂ, ਮੈਂ ਨੋਟਾਂ ਦੇ ਹੱਕ ਵਿੱਚ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਸਿੱਖ ਵੋਟ ਪਾਉਣ, ਇਹਨਾਂ ਨੂੰ ਦੋਵਾਂ ਨੂੰ ਪਾਉਣ, ਕਿਸੇ ਇੰਡੀਪੈਂਡੈਂਟ ਨੂੰ ਪਾ ਦੇਣ, ਕਿਸੇ ਨੂੰ ਪਾ ਦੇਣ। ਸਿੱਖ ਖੜਾ ਹੋਏਗਾ ਆਪਣੇ ਲੀਡਰ ਪਿੱਛੇ। ਸਿੱਖ ਕਦੀ ਵੀ ਕਿਸੇ ਪਾਰਟੀ ਦੇ ਲੀਡਰ ਪਿੱਛੇ ਆਪਣੀ ਕੌਮ ਨੂੰ ਖੜਾ ਹੋਣ ਵਾਸਤੇ ਨਹੀਂ ਕਹੇਗਾ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਦਿੱਲੀ ਦੇ ਵਿੱਚ ਐਮਸੀਡੀ ਦੀਆਂ ਚੋਣਾਂ ਨੇਗੀਆਂ। ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਵੋਟਰਸ ਨੂੰ ਇੱਕ ਅਪੀਲ ਕੀਤੀ ਜਾ ਰਹੀ ਹੈ। ਸਿੱਖ ਜਿਹੜੀ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇ, ਉਹਨਾਂ ਦਾ ਬਾਈਕਾਟ ਕੀਤਾ ਜਾਵੇ, ਕਿਉਂਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕਰ ਰਹੇ। ਇਸ ਵਕਤ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਹਰਵਿੰਦਰ ਸਿੰਘ ਸਰਦਨਾ ਜੀ ਅਤੇ ਪਰਮਜੀਤ ਸਿੰਘ ਜੀ ਸਰਦਨਾ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਕੀ ਅਪੀਲ ਕੀ ਕਰ ਰਹੇ ਹੋ ਸਿੱਖ ਵੋਟਰਸ ਨੂੰ? ਦੇਖੋ, ਜਿਸ ਵਕਤ ਇਲੈਕਸ਼ਨਾਂ ਦੀ ਸ਼ੁਰੂਆਤ ਹੋਈ ਸੀ ਤੇ ਅਸੀਂ ਆਪਣੀਆਂ ਦੋ ਮੰਗਾਂ ਦੇ ਉੱਪਰ ਜ਼ੋਰ ਦਿੱਤਾ ਸੀ ਬਈ ਇੱਕ ਬੰਦੀ ਸਿੰਘਾਂ ਦੀ ਰਿਹਾਈ ਦਾ, ਦੂਸਰਾ ਅਸੀਂ ਕਿਹਾ ਸੀ ਵੀ ਸਿੱਖਾਂ ਨੂੰ ਔਨ ਅਰਾਈਵਲ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਵੀਜ਼ਾ ਪ੍ਰੋਵਾਈਡ ਕਰਨਾ ਚਾਹੀਦਾ ਹੈ। ਇਹ ਮੰਗ ਦਿੱਲੀ ਹਕੂਮਤ ਹਿੰਦੁਸਤਾਨ ਨੇ ਨਹੀਂ ਕਰਨੀ ਪੂਰੀ, ਤੇ ਨਾ ਹੀ ਆਮ ਆਦਮੀ ਪਾਰਟੀ ਨੇ ਕਰਨੀ ਹੈ, ਨਾ ਬੀਜੇਪੀ ਨੇ ਕਰਨੀ ਹੈ। ਮੰਗ ਤਾਂ ਪਾਕਿਸਤਾਨ ਨੇ ਕਰਨੀ ਹੈ। ਪਰ ਅਸੀਂ ਇਹ ਚਾਹੁੰਦੇ ਸੀ ਵੀ ਤੁਸੀਂ ਆਪਣੀ ਹਾਮੀ ਜ਼ਰੂਰ ਭਰੋ ਵੀ ਜਦ ਵੀ ਤੁਸੀਂ ਗੱਲ ਕਰੋਗੇ ਤੁਸੀਂ ਸਿੱਖਾਂ ਨੂੰ ਇਹ ਮੰਗ ਜ਼ਰੂਰ ਦਿਓਗੇ, ਕਿਉਂਕਿ ਵਾਹਿਦ ਸਿੱਖ ਧਰਮ ਐਸਾ ਧਰਮ ਹੈ ਜਿਸ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਦੇ ਉੱਪਰ ਜਾਣ ਦੀ ਪੂਰੀ ਤਰ੍ਹਾਂ ਖੁੱਲ੍ਹ ਨਹੀਂ ਹੈਗੀ। ਅਸੀਂ ਜਿਸ ਵਕਤ ਚਾਹੀਏ ਅਸੀਂ ਨਹੀਂ ਜਾ ਸਕਦੇ, ਪਰਮਿਸ਼ਨ ਤੇ ਵੀਜ਼ੇ ਲੈਣੇ ਪੈਂਦੇ ਨੇ, ਜਦ ਕਿ ਦੁਨੀਆ ਦੇ ਕਿਸੇ ਧਰਮ ਨੂੰ ਵਿੱਚ ਇਹ ਚੀਜ਼ ਨਹੀਂ ਹੈਗੀ। ਇਹ ਸੀ। ਦੂਸਰਾ ਸੀ ਵੀ ਜਿਹੜੇ 25 30 ਸਾਲ ਤੋਂ ਕੈਦ ਕੱਢ ਬੈਠੇ ਨੇ ਉਹਨਾਂ ਬੰਦੀ ਸਿੰਘਾਂ ਨੂੰ ਜੇ ਤੁਸੀਂ ਅਹਿਮਦਾਬਾਦ ਦੇ ਵਿੱਚ ਰੇਪਿਸਟ ਨੂੰ ਛੱਡ ਰਹੇ ਹੋ, ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ, ਉਹ 10 ਸਾਲ 5 ਸਾਲ ਬਾਅਦ ਛੱਡ ਰਹੇ ਹੋ, ਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਰਹੇ ਹੋ, ਤੇ ਇਹਨਾਂ ਨੂੰ ਵੀ ਛੱਡ ਦਿਓ। ਇਹਨਾਂ ਕੋਈ ਜ਼ੁਲਮ ਥੋੜ੍ਹੀ ਕੀਤਾ ਹੋਇਆ ਹੋਰ ਕੋਈ। ਚਲੋ, ਇਹ ਧਰਮ ਦੇ ਖਾਤਰ ਇਹਨਾਂ ਦੇ ਵਿੱਚ ਜਜ਼ਬਾ ਆਇਆ, ਉਹਦੇ ਵਿੱਚ ਇਹਨਾਂ ਨੇ ਕੋਈ ਸਟੈਪ ਲਿਆ, ਉਹ ਵੀ ਗੱਲ ਖਤਮ ਹੋ ਗਈ। ਪਰ ਉਹ ਵੀ ਗੱਲ ਜਿਹੜੀ ਹੈਗੀ ਉਹ ਪਾਰਟੀਆਂ ਨੇ ਆਪਣੇ ਜਿਹੜੀ ਗੱਲ ਪੂਰੀ ਨਹੀਂ ਕੀਤੀ। ਉਹ ਸ਼ਾਇਦ ਇਹ ਸੋਚ ਰਹੇ ਵੀ ਇਹਦੇ ਵਿੱਚ ਕਮਿਊਨਲ ਰੰਗ ਆਏਗਾ,
ਜਦ ਕਿ ਇਹ ਜੀ ਐਸੀ ਕੋਈ ਗੱਲ ਨਹੀਂ ਸੀ ਅੱਗੇ। ਕਿਹਦੇ ਨਾਲ ਗੱਲ ਚੱਲੀ ਸੀ ਬੀਜੇਪੀ ਦੇ ਅੰਦਰ, ਜੇ ਮੈਂ ਗੱਲ ਕਰਾਂ? ਨਾ ਪੁੱਛੋ ਹੁਣ, ਉਹ ਫਿਰ ਗੱਲ ਠੀਕ ਨਹੀਂ ਰਹਿੰਦੀ। ਹਾਈ ਆਪਾਂ ਨਾਲ ਹੀ ਚੱਲੀ, ਕਿਸੇ ਚਪੜਾਸੀ ਨਾਲ ਨਹੀਂ ਚੱਲੀ। ਜਿਹੜੇ ਹਾਈ ਆਪ ਜਨਤਕ ਕਰਨ ਦੇ ਵਿੱਚ ਕੀ ਨਹੀਂ, ਨੁਕਸਾਨ? ਜਨਤਕ ਨਹੀਂ ਕਰੀਦਾ ਗੱਲਾਂ, ਫਿਰ ਉਹ ਠੀਕ ਨਹੀਂ ਰਹਿੰਦਾ। ਮੈਂ ਤੁਹਾਨੂੰ ਇਸ ਤਰ੍ਹਾਂ ਕਹਿਤਾ ਹੈ, ਹਾਈ ਆਪ ਨਾਲ ਹੀ ਚੱਲੀ ਦੋਨੇ ਪਾਰਟੀਆਂ ਦੇ? ਹਾਂਜੀ, ਦੋਨੋਂ ਪਾਰਟੀਆਂ ਦੇ। ਤੇ ਕੀ ਜਵਾਬ ਕੀ ਆਇਆ? ਜਵਾਬ ਆਏ ਕੋਈ ਨਹੀਂ। ਰਿਸ਼ਤਾ ਵੇਖ ਕੇ ਤੇ ਨਾ ਹਾਂ ਕੀਤੀ ਨੇ ਤੇ ਨਾ ਕੀਤੀ ਨੇ, ਤੇ ਜਦ ਕੋਈ ਜਵਾਬ ਨਹੀਂ ਆਇਆ ਤਾਂ ਅਸੀਂ ਫਿਰ ਨਾ ਹੀ ਸਮਝੀਏ। ਤੇ ਫਿਰ ਹੁਣ ਨਾ ਸਮਝ ਕੇ ਸਿੱਖ ਵੋਟਰਾਂ ਨੂੰ, ਸਿੱਖ ਭਾਈਚਾਰੇ ਨੂੰ ਦਿੱਲੀ ਦੇ ਵਿੱਚ ਐਮਸੀਡੀ ਚੁਣਾਵ ਦੇ ਵਿੱਚ ਕੀ ਕਹਿ ਰਹੇ ਹੋ? ਅਸੀਂ ਕਹਾਂਗੇ ਵੀ ਜਿਹੜੇ ਟਾਈਮ ਨੇੜੇ ਹੈਗਾ, ਪਰਸੋਂ ਚੁਣਾਵ ਹੈਗੇ, ਜਿਹੜੇ ਵੀ ਬੰਦੇ ਤੁਹਾਨੂੰ ਇਹ ਅਸ਼ੋਰ ਕਰਨ ਵੀ ਅਸੀਂ ਤੁਹਾਡੀ ਇਸ ਡਿਮਾਂਡ ਨੂੰ ਦਾ ਸਮਰਥਨ ਕਰਦੇ ਹਾਂ ਔਰ ਆਪਣੀ ਪਾਰਟੀਆਂ ਨੂੰ ਕਹਾਂਗੇ ਵੀ ਇਸ ਡਿਮਾਂਡ ਨੂੰ ਪੂਰਾ ਕਰਨ, ਉਹਨੂੰ ਵੋਟਾਂ ਪਾ ਦਿਓ। ਬੜੀ ਕਨਫਿਊਜ਼ਿੰਗ ਜੀ ਗੱਲ ਲੱਗਦੀ ਹੈ ਸਰਨਾ ਸਾਹਿਬ। ਅੱਜ ਮੈਂ ਪ੍ਰੈਸ ਨੋਟ ਵੀ ਪੜ੍ਹਿਆ ਜਾਂ ਤੁਹਾਡੀ ਜਿਹੜਾ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਇਹਦੀ ਗੱਲ ਕਰਾਂ। ਮੰਨ ਲਓ ਮੈਂ ਇੱਕ ਵੋਟਰ ਹਾਂ, ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਕਰਨਾ, ਤਾਂ ਇੱਕ ਤਾਂ ਵੋਟਰ ਇਹ ਵੀ ਸਮਝ ਸਕਦਾ ਕਿ ਕਾਂਗਰਸ ਨੂੰ ਵੋਟ ਕਰ ਦਿਓ। ਦੂਸਰਾ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਉਮੀਦਵਾਰ ਇਹ ਗੱਲ ਕਹੂਗਾ ਕਿ ਅਸੀਂ ਆਪਣੀ ਪਾਰਟੀ ਦੇ ਨਾਲ ਜਿੱਤਣ ਤੋਂ ਬਾਅਦ ਗੱਲ ਕਰਾਂਗੇ, ਉਹਨੂੰ ਵੋਟ ਪਾ ਦਿਓ। ਤਾਂ ਕਾਂਗਰਸ ਦੀ ਸਰਕਾਰ, ਦੇਖੋ ਇੰਝ ਹੈਗਾ, ਕਾਂਗਰਸ ਨੇ ਸਾਨੂੰ ਕੋਈ ਅਪਰੋਚ ਨਹੀਂ ਕੀਤਾ। ਅਸੀਂ ਕਾਂਗਰਸ ਦਾ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਨਾਮ ਨਹੀਂ ਲੈ ਸਕਦੇ। ਨਾਲ ਕਾਂਗਰਸ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਐਲਰਜੀ ਹੈਗੀ, ਨਾ ਕਦੀ ਉਹਨਾਂ ਨੇ ਨਾਂ ਲਿਆ ਤੇ ਨਾ ਇਹਨਾਂ ਨੇ ਨਾਂ ਲਿਆ। ਇਸ ਕਰਕੇ ਸਾਡਾ ਨਾਂ ਲੈਣਾ ਬਣਦਾ ਹੀ ਨਹੀਂ ਸੀ। ਇਹ ਦੋਨੋਂ ਹੀ ਪਾਰਟੀਆਂ ਸਨ, ਦੋਨਾਂ ਨੇ ਸਾਨੂੰ ਅਪਰੋਚ ਕੀਤੀ, ਅਸੀਂ ਉਹਨਾਂ ਨੂੰ ਅਪਰੋਚ ਕੀਤੀ, ਉਹਨਾਂ ਨੇ ਸਾਡੇ ਨਾਲ ਗੱਲ ਕੀਤੀ, ਅਸੀਂ ਉਹਨਾਂ ਨਾਲ ਗੱਲ ਕੀਤੀ। ਆਖਰੀ ਦਿਨ ਤੱਕ ਵੀਵਰ ਆਫ ਦਾ ਵਿਊ ਬਈ ਇਹ ਜਿਹੜੀ ਪਾਰਟੀ ਹੈਗੀ, ਦੋਨਾਂ ਹੀ ਇਹ ਸਾਨੂੰ ਅਸ਼ੋਰ ਕਰਦੇ ਰਹੇ ਜੀ ਅਸੀਂ ਇਸ ਗੱਲ ਨੂੰ ਮੰਨਾਂਗੇ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਹਿ ਦਿੰਦੇ ਤੇ ਤੁਹਾਡੀ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਖੁੱਲ੍ਹੇ ਦਿਲ ਨਾਲ ਸਿੱਖਾਂ ਨੂੰ ਅਪੀਲ ਕਰਨੀ ਸੀ ਵੀ ਫਲਾਣੀ ਪਾਰਟੀ ਨੂੰ ਤੁਸੀਂ ਵੋਟਾਂ ਪਾ ਦਿਓ। ਹੁਣ ਅਸੀਂ ਖੁੱਲ੍ਹੇ ਦਿਲ ਨਾਲ ਨਹੀਂ ਕਰ ਸਕਦੇ। ਇੰਡੀਵਿਜੂਅਲ ਤੌਰ 'ਤੇ ਜਿਹੜਾ ਕੈਂਡੀਡੇਟ, ਸਾਰੇ ਸਿੱਖਾਂ ਦਾ ਹੱਕ ਹੈ, 10 ਬਾਈ ਕੋਈ ਵੋਟਾਂ ਮੰਗਣ ਆਉਣਗੇ, ਤੁਹਾਡੇ ਨਾਲ ਗੱਲ ਕਰਨਗੇ, ਤੁਸੀਂ ਉਹਨਾਂ ਨੂੰ ਪੁੱਛੋ। ਕਿਉਂਕਿ ਪਰਸੋਂ ਚੌਥੀ ਬੀਜੇਪੀ ਦੇ ਲੀਡਰ ਦਾ ਉੱਥੇ ਜਲਸਾ ਸੀ, ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਦਾ ਜਲਸਾ ਸੀ ਜਬਨਾ ਪਾਰ। ਸਾਡੇ ਗੁਰਦੁਆਰਾ ਕਮੇਟੀ ਦੇ ਮੈਂਬਰ ਅਨਸਾਰ ਸੁਖਵਿੰਦਰ ਸਿੰਘ ਬੱਬਰ, ਉਹਨਾਂ ਨੇ ਸਟੇਜ ਦੇ ਉੱਪਰੋਂ ਉਹਨਾਂ ਨੂੰ ਵੰਗਾਰ ਕੇ ਗੱਲ ਕਹਿ ਦਿੱਤੀ ਜੀ ਪਹਿਲੇ ਇੱਥੇ ਐਲਾਨ ਕਰਕੇ ਜਾਓ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਹੈ ਤਾਂ ਸਾਡੇ ਕੋਲ ਵੋਟਾਂ ਮੰਗਣ ਆਉਣਾ। ਉਹਦੀ ਮੌਜੂਦਗੀ 'ਚ ਗੱਲ ਕਹੀ ਹੈਗੀ। ਇਸ ਤਰ੍ਹਾਂ ਸਿੱਖ ਹਿੰਮਤ ਕਰਕੇ ਉਹਨਾਂ ਕੋਲ ਵੋਟਾਂ ਮੰਗ ਸਕਦਾ ਹੈ। ਅਤੇ ਜੇ ਇਹ ਚੀਜ਼ ਲਹਿਰ ਚੱਲ ਪਈ, ਜਿਸ ਵਕਤ ਲਹਿਰ ਚੱਲ ਪਏ, ਫਿਰ ਸਮਝੋ ਮੰਗ ਮੰਨਣ ਦੇ ਕਿਨਾਰੇ ਤੇ ਪਹੁੰਚ ਗਈ ਹੈ। ਹੁਣ ਦੂਸਰਾ ਪੱਖ ਇਹ ਵੀ ਹੈ ਕਿ ਮੰਨ ਲਓ 500 ਉਮੀਦਵਾਰ ਹੈ ਐਮਸੀਡੀ ਦਾ ਦਿੱਲੀ ਦੇ ਅੰਦਰ, 500 ਦੇ 500 ਜਦੋਂ ਵੋਟ ਮੰਗਣ ਜਾਣਗੇ ਤਾਂ ਇਹ ਗੱਲ ਕਹਿ ਦੇਣ, ਕਿਉਂਕਿ ਹਿੰਦੁਸਤਾਨ ਦੇ ਵਿੱਚ ਤਾਂ ਵੈਸੇ ਵੀ ਲੀਡਰਾਂ ਨੂੰ ਵੋਟ ਆਪਣੀ ਜਾਨ ਦੇ ਜਿੰਨੀ ਪਿਆਰੀ ਹੈ, ਉਹ ਇੱਕ ਗੱਲ ਕਹਿ ਦੇਣ ਕਿ ਹਾਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਾਂਗੇ। ਉਦੋਂ ਬਾਅਦ 'ਚ ਲੱਗਦਾ ਕਿ ਵਾਕਈ ਆਪਣੀ ਗੱਲ ਤੇ ਅਟਲ ਰਹਿਣਗੇ ਤੇ ਉਹਨਾਂ ਦੇ ਕਹੇ ਤੋਂ ਬੰਦੀ ਸਿੰਘ ਰਿਹਾ ਵੀ ਹੋ। ਦੇਖੋ ਇਹ ਜਿਹੜੀ ਸਿਆਸਤ ਹੈਗੀ ਨਾ, ਇਹ ਇੱਕ ਮੈਰਾਥਨ ਦੌੜ ਹੁੰਦੀ ਹੈ 26 ਮੀਲ ਦੀ, ਤੇ ਜਿਹੜਾ ਇਸ ਮੈਰਾਥਨ ਦੌੜ ਨੂੰ 200 ਮੀਟਰ ਦੇ ਕਰਕੇ ਦੌੜੇਗਾ ਨਾ, ਉਹ ਫਿਰ ਇਸ ਦੌੜ ਨੂੰ, ਮੈਰਾਥਨ ਦੌੜ ਨੂੰ ਪੂਰਾ ਨਹੀਂ ਕਰ ਸਕਦਾ। ਅੱਜ ਉਹ ਗਲਤ ਸਾਡੇ ਨਾਲ ਵਾਅਦਾ ਕਰੇਗਾ, ਕਹਿ ਕੇ ਮੁਕਰੇਗਾ, ਬੇਈਮਾਨ ਹੋ ਜਾਏਗਾ, ਹਾਂਜੀ, ਪਾਰਟੀ ਤੋਂ, ਸਾਡੇ ਤੋਂ, ਫਿਰ ਕੱਲ੍ਹ ਕਿੱਥੇ ਜਾਏਗਾ? ਕੱਲ੍ਹ ਇੱਕ ਗੱਲ ਸੋਚੋ, ਕੱਲ੍ਹ ਵੀ ਆਉਣਾ ਹੈ, ਕੱਲ੍ਹ ਦੇ ਚੁਣਾਵ ਨੇ ਵੀ ਆਉਣਾ ਹੈ, ਦੈਨ ਵਾਟ? ਫਿਰ ਤੇ ਉਹਦੀ ਥਾਂ ਹੀ ਕੋਈ ਨਾ ਰਹੀ। ਇਹ ਉਹਨੇ ਦੇਖਣਾ ਹੈ ਵੀ ਮੈਂ ਬੇਈਮਾਨੀ ਕਰਨੀ ਹੈ ਕਿ ਨਹੀਂ ਕਰਨੀ, ਇਮਾਨਦਾਰੀ ਨਾਲ ਆਪਣੀ ਸਿਆਸੀ ਜੀਵਨ ਚਲਾਉਣਾ ਹੈ ਕਿ ਨਹੀਂ ਚਲਾਉਣਾ, ਮੈਂ ਇਹ ਦੌੜ ਜ਼ਿੰਦਗੀ ਦੀ ਪੂਰੀ ਕਰਨੀ ਨਹੀਂ ਕਰਨੀ, ਇਹ ਉਹਨੇ ਦੇਖਣਾ, ਮੈਂ ਨਹੀਂ ਦੇਖਣਾ। ਚਲੋ ਹੁਣ ਇੱਥੇ ਦੂਜਾ ਸਵਾਲ ਇਹ ਵੀ ਹੈ ਕਿ ਜੇ ਮੰਨ ਲਓ ਉਹ ਆਪਣੀ ਗੱਲ ਤੇ ਖਰੇ ਰਹਿੰਦੇ ਨੇਗੇ, ਇੱਕ ਹੀ ਲੱਗਦਾ ਕਿ ਕਾਉਂਸਲਰ ਦੀ ਇੰਨੀ ਉਹ ਪਾਵਰ ਹੁੰਦੀ ਹੈ ਕਿ ਜੋ ਆਪਣੀ ਪਾਰਟੀ ਦੇ ਨਾਲ, ਮੰਨ ਲਓ ਕਾਂਗਰਸ ਦਾ, ਆਮ ਆਦਮੀ ਪਾਰਟੀ ਦਾ, ਬੀਜੇਪੀ ਦਾ, ਉਹਨਾਂ ਦੇ ਨਾਲ ਬੰਦੀ ਸਿੰਘ ਰਿਹਾ ਹੋਣਗੇ, ਜਾਂ ਫਿਰ ਇੱਕ ਵੇਵ ਛੇੜਨ ਦੀ ਗੱਲ? ਵੇਵ ਛੇੜਨ ਦੀ ਗੱਲ ਹੈ ਕਿ ਜੀ ਰਿਹਾ ਤੇ ਤਾਂ ਹੀ ਹੋਣਗੇ ਜਦ ਸੈਂਟਰ ਦੀ ਸਰਕਾਰ ਚਾਹੇਗੀ, ਪਰ ਵੇਵ ਛਿੜਦੀ ਹੈ ਕਿ। ਅੱਛਾ, ਇਸ ਤੋਂ ਇਲਾਵਾ ਸਰਨਾ ਸਾਹਿਬ ਕੁਝ ਜਿਹੜੀਆਂ ਸਿੱਖ ਜਥੇਬੰਦੀਆਂ ਨੇਗੀਆਂ ਜਿਨ੍ਹਾਂ ਦੇ ਵਿੱਚ ਮੈਂ ਪੜ੍ਹ ਰਿਹਾ ਸੀਗਾ, ਇੱਕ ਪੋਸਟਰ ਮੇਰੇ ਦੇਖਣ ਦੇ ਵਿੱਚ ਆਇਆ ਸੀ, ਸਿੱਖ ਫਾਊਂਡੇਸ਼ਨ ਕਰਕੇ, ਕੋਈ ਸਿੱਖ ਮਿਸ਼ਨ ਫਾਊਂਡੇਸ਼ਨ ਕਰਕੇ ਕੋਈ ਫਾਊਂਡੇਸ਼ਨ ਆ, ਉਹ ਕਹਿ ਰਹੀ ਹੈ ਕਿ ਸਿੱਖ ਜਿਹੜੇ ਇੱਥੇ ਹੈਗੇ ਨੇ ਲੋਕ, ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਐਮਸੀਡੀ ਦੀਆਂ ਵੋਟਾਂ ਦੇ ਵਿੱਚ ਨੋਟਾਂ ਦਾ ਬਟਨ ਦੱਬੋ। ਨਹੀਂ, ਮੈਂ ਨੋਟਾਂ ਦੇ ਹੱਕ ਵਿੱਚ ਨਹੀਂ ਹਾਂ। ਨਹੀਂ ਹੱਕ ਵਿੱਚ ਹੈਗਾ। ਅਸੀਂ ਚਾਹੁੰਦੇ ਹਾਂ ਸਿੱਖ ਵੋਟ ਪਾਉਣ, ਇਹਨਾਂ ਨੂੰ ਦੋਵਾਂ ਨੂੰ ਪਾਉਣ, ਕਿਸੇ ਇੰਡੀਪੈਂਡੈਂਟ ਨੂੰ ਪਾ ਦੇਣ, ਕਿਸੇ ਨੂੰ ਪਾ ਦੇਣ, ਉਹਨਾਂ ਨੂੰ ਪਤਾ ਲੱਗ ਜਾਏ ਵੋਟਾਂ ਪਈਆਂ ਜੀ ਬਾਕੀਆਂ ਨੂੰ।
ਜਿਸ ਇੰਡੀਪੈਂਡੈਂਟ ਨੂੰ ਉਮੀਦ ਨਹੀਂ 500 ਵੋਟਾਂ ਦੀ ਉਹ 1000 ਲੈ ਜਾਏਗਾ 1500 ਲੈ ਜਾਏਗਾ, ਪਤਾ ਹੈ ਸਿੱਖਾਂ ਨੇ ਪਾਈ ਹੈ। ਅੱਛਾ, ਤੇ ਕੁਝ ਜਥੇਬੰਦੀਆਂ ਜਾਂ ਕੁਝ ਲੀਡਰ ਸਿੱਖ ਲੀਡਰ ਅਜਿਹੇ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਬੀਜੇਪੀ ਹੀ ਸਿੱਖਾਂ ਦੀ ਅਸਲ ਪਾਰਟੀ ਹੈ, ਜੋ ਬੀਜੇਪੀ ਮਾਨ ਸਨਮਾਨ ਸਿੱਖਾਂ ਨੂੰ ਦੇ ਰਹੀ ਹੈ, ਜਾਂ ਜੋ ਸਿੱਖਾਂ ਦੇ ਲਈ ਕਿਸੇ ਪਾਰਟੀ ਨੇ ਕੁਝ ਕੀਤਾ ਤਾਂ ਬੀਜੇਪੀ ਨਹੀਂ ਕੀਤਾ। ਕੁਝ ਸਿੱਖ ਲੀਡਰ ਦਿੱਲੀ ਦੇ ਵਿੱਚ ਅਜਿਹੇ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਬੀਜੇਪੀ ਦਾ ਸਾਥ ਦਿਓ। ਉਹਨਾਂ ਨੂੰ ਕਹੋ ਜੀ ਵੀ ਸਾਨੂੰ ਜਦ ਦਾ ਤੁਸੀਂ ਬੀਜੇਪੀ ਨੂੰ ਜੁਆਇਨ ਕੀਤਾ ਤੁਸੀਂ ਬੜੇ ਲੈਕਚਰ ਮਾਰੇ ਸਨ, ਹਰਿਦੁਆਰ ਦਾ ਮਸਲਾ ਹੱਲ ਕਰਾਵਾਂਗੇ, ਡਾਂਗਮਾਰ ਗੁਰਦੁਆਰੇ ਦਾ ਮਸਲਾ ਹੱਲ ਕਰਾਵਾਂਗੇ, ਇਹ ਕਰਾਵਾਂਗੇ ਉਹ ਕਰਾਵਾਂਗੇ, ਕੋਈ ਹੋਇਆ? ਕੋਈ ਮਸਲਾ ਹੀ ਕੋਈ ਹੱਲ ਹੋਇਆ? ਇਹ ਕੁਲਦੀਪ ਸਿੰਘ ਵਰਗੇ ਕਾਨਪੁਰ ਦੇ ਮਸਲਿਆਂ ਦੇ ਬਾਰੇ 32 ਸਾਲ ਤੋਂ ਲੜ ਰਹੇ ਨੇ, ਇਹ ਵੀ ਥੱਕ ਹਾਰ ਕੇ ਕਹਿ ਗਏ ਇਹਨਾਂ ਦਾ ਮਸਲਾ ਵੀ ਹੱਲ ਨਹੀਂ ਕਰਾਇਆ, ਸਿੱਟ ਦੀ ਟਾਈਮ ਖਤਮ ਹੋ ਗਿਆ, ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ। ਕਿਹੜੇ ਮਸਲੇ ਹੱਲ ਕਰਾਏ? 2019 ਦੇ ਵਿੱਚ ਮੋਦੀ ਸਾਹਿਬ ਨੇ 555ਵੇਂ ਪ੍ਰਕਾਸ਼ ਉਤਸਵ ਤੇ ਕਿਹਾ ਸੀ ਕਿ ਬੰਦੀ ਸਿੰਘ ਰਿਹਾਈ ਕਰਾਵਾਂਗਾ, ਕਿੱਥੇ ਹੋਏ? ਉਹ ਸਿੱਖ ਜਿਹੜੇ ਸਨ ਉਹ ਕੌਮ ਵਾਸਤੇ ਅੰਦਰ ਗਏ ਸਨ ਨਾ, ਤੇ ਅੱਜ ਤੁਸੀਂ ਉਹਨਾਂ ਦੀ ਗੱਲ ਨਾ ਕਰੋ ਕੋਈ ਜੀ ਬੀਜੇਪੀ ਨੇ ਬੜੇ ਕੰਮ ਕੀਤੇ ਨੇ। ਹਾਂ, ਬੜੇ ਕੰਮ ਕੀਤੇ ਨੇ। ਜਿਹੜੇ ਵਿਹਲੜ ਬੰਦੇ ਪੰਜਾਬ ਦੇ ਬੈਠੇ ਹੋਏ ਸਨ ਉਹਨਾਂ ਨੇ ਇੱਥੇ ਲਿਆ ਕੇ ਕਲਗੀ ਲਾਤੀ ਨੇ। ਹੁਣ ਉਸ ਕਲਗੀ ਦੀ ਖੁਸ਼ਬੂ ਕਿੰਨੀ ਦੇਰ ਹੈ ਕਿੰਨੀ ਦੇਰ ਨਹੀਂ ਉਹ ਨਹੀਂ ਪਤਾ। ਇਸ ਤੋਂ ਇਲਾਵਾ ਐਮਸੀਡੀ ਤੋਂ ਹਟ ਕੇ ਗੱਲ ਕਰਾਂ, ਪੰਜਾਬ ਦੇ ਅੰਦਰ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਸਾਖ ਖਤਮ ਸਿਆਸੀ ਸਾਖ ਖਤਮ ਹੁੰਦੀ ਦੇਖ ਕੇ ਬੰਦੀ ਸਿੰਘਾਂ ਦੀ ਗੱਲ ਕਰਨ ਲੱਗ ਗਏ, ਕੱਟੜ ਵਿਰੋਧੀ ਇਕੱਠੇ ਹੋ ਗਏ। ਅਸੀਂ ਪੰਥਕ ਇਸ਼ੂ ਦੇ ਉੱਪਰ ਹਮੇਸ਼ਾ ਇੱਕ ਸਾਂ ਔਰ ਪੰਥਕ ਇਸ਼ੂ ਦੇ ਉੱਪਰ ਅਸੀਂ ਇੱਕ ਹੋਇਆ। ਅਸੀਂ ਤੁਹਾਡੇ ਜਿੱਕਣ ਪੰਥ ਦੀ ਪਿੱਠ ਦੇ ਵਿੱਚ ਛੁਰਾ ਘੋਂਪ ਕੇ ਆਪਣੀ ਨਿੱਜ ਪ੍ਰਸਤੀ ਪਿੱਛੇ ਅਸੀਂ ਕਿਧਰੇ ਵੀ ਨਹੀਂ ਗਏ। ਇਹ ਦੱਸਣ ਬਈ ਅੱਜ 50 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਪਰਮਜੀਤ ਸਿੰਘ ਸਰਨਾ ਨੂੰ ਸਿੱਖ ਸਿਆਸਤ ਦੇ ਵਿੱਚ ਪਾਰਟਿਸਿਪੇਟ ਕਰਦਿਆਂ। ਇਹਨਾਂ ਨੇ ਇੱਕ ਵੀ ਚੀਜ਼ ਆਪਣੀ ਪਰਸਨਲ ਕਿਸੇ ਪਾਰਟੀ ਕੋਲੋਂ ਕਿਸੇ ਸਰਕਾਰ ਕੋਲੋਂ ਲਈ ਹੈ। ਜੇ ਬਾਦਲ ਸਾਹਿਬ ਦੀ ਸਰਕਾਰ ਹੈ ਨਿੱਜੀ ਤੌਰ 'ਤੇ ਅਸੀਂ ਉਹਨਾਂ ਕੋਲ ਕੁਝ ਵੀ ਨਹੀਂ ਲਿਆ। ਸੈਂਟਰ 'ਚ ਕਾਂਗਰਸ ਦੀ ਸਰਕਾਰ ਹੈ ਅਸੀਂ ਕੁਝ ਵੀ ਨਹੀਂ ਮੰਗਿਆ। ਭਾਜਪਾ ਦੀ ਸਰਕਾਰ ਹੈ ਅਸੀਂ ਕੁਝ ਵੀ ਨਹੀਂ ਮੰਗਿਆ। ਹੋਰ ਸਰਕਾਰਾਂ ਬਣੀਆਂ ਗੁਜਰਾਲ ਸਾਹਿਬ ਦੀਆਂ ਬਣੀਆਂ, ਜੋ ਮੰਗਦੇ ਅਸੀਂ ਲੈ ਸਕਦੇ ਸੀ, ਪਰ ਅਸੀਂ ਜੋ ਕੁਝ ਵੀ ਮੰਗਿਆ ਉਹ ਸਿੱਖਾਂ ਵਾਸਤੇ ਮੰਗਿਆ, ਸਿੱਖ ਵਾਸਤੇ ਮੰਗਿਆ, ਉਹਨਾਂ ਦੀ ਕਾਲੀ ਸੂਚੀ ਖਤਮ ਕਰਨ ਵਾਸਤੇ ਮੰਗੀ। ਅਸੀਂ ਆਪਣੇ ਵਾਸਤੇ ਕਦੀ ਕੁਝ ਨਹੀਂ ਮੰਗਿਆ। ਇਹ ਜਿਹੜੇ ਲੋਕ ਬਿਆਨ ਦਿੰਦੇ ਨੇ ਇਹਨਾਂ ਦੀ ਪ੍ਰਵਿਰਤੀ ਜਿਹੜੀ ਹੈਗੀ ਉਹ ਭਿਖਾਰੀਆਂ ਲਈ ਹੈਗੀ ਵੀ ਜੋ ਮਿਲ ਜਾਏ ਇਹਨਾਂ ਕੋਲੋਂ ਉਹੀ ਜੇਬ ਵਿੱਚ ਪਾ ਲਓ। ਇਹ ਕੋਈ ਪੰਥ ਪ੍ਰਸਤ ਲੋਕ ਨਹੀਂ ਹੈਗੇ, ਨਾ ਹੀ ਸਿੱਖ ਇਹਨਾਂ ਦੇ ਪਿੱਛੇ ਖੜੇ ਹੈਗੇ। ਸਿੱਖ ਖੜਾ ਹੋਏਗਾ ਆਪਣੇ ਲੀਡਰ ਪਿੱਛੇ। ਸਿੱਖ ਕਦੀ ਵੀ ਕਿਸੇ ਪਾਰਟੀ ਦੇ ਲੀਡਰ ਪਿੱਛੇ ਆਪਣੀ ਕੌਮ ਨੂੰ ਖੜਾ ਹੋਣ ਵਾਸਤੇ ਨਹੀਂ ਕਹੇਗਾ। ਇਹਦੇ ਤੇ ਕੀ ਕਹੋਗੇ? ਇਹ ਵੀ ਕਹਿੰਦੇ ਨੇ ਕਿ ਸਿਆਸੀ ਸਾਖ ਖਤਮ ਹੁੰਦੀ ਜਾ ਰਹੀ ਹੈ, ਇਸ ਲਈ ਬੰਦੀ ਸਿੰਘ ਅੱਜ ਯਾਦ ਆ ਰਹੇ ਨੇ। ਪਹਿਲਾਂ ਬੰਦੀ ਸਿੰਘ ਕਿੱਧਰ ਗਏ ਸੀ? ਦੇਖੋ ਜੀ, ਗੱਲ ਹੈਗੀ ਝੂਠ ਔਰ ਕੁਫਰ ਤੋੜਨਾ ਉਹਨਾਂ ਦਾ ਕੰਮ ਹੈਗਾ। 2002 ਤੋਂ ਬਲੈਕ ਲਿਸਟ ਔਰ ਬੰਦੀ ਸਿੰਘਾਂ ਨੂੰ ਰਿਹਾਈ ਦੀ ਗੱਲ ਕਰਦੇ ਪਿਆ। ਦਵਿੰਦਰਪਾਲ ਸਿੰਘ ਭੁੱਲਰ ਦੀ ਅਗਰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਗਿਆ ਤੇ ਉਹ ਸਾਡੀਆਂ ਕੋਸ਼ਿਸ਼ਾਂ ਦੇ ਕਰਕੇ ਬਦਲਿਆ ਗਿਆ। ਇਹਨਾਂ ਨੂੰ ਇਹ ਪੁੱਛੋ ਤੁਹਾਡੇ ਚ ਤੁਸੀਂ ਪਾਕਿਸਤਾਨ ਤੋਂ ਵੀਜ਼ਾ ਨੂੰ ਅਰਾਈਵਲ ਲੈਣ ਦੀ? ਅਸੀਂ ਕਹਿੰਦੇ ਹਾਂ ਕਰਤਾਰਪੁਰ ਦਾ ਕੈਡਰ ਬਣਿਆ, ਉਹਦੀ ਸ਼ੁਰੂਆਤ ਸਾਡੀ ਸੀ। ਇਹ ਠੀਕ ਸੀ, ਉਹਦਾ ਕੱਦ ਵੱਡਾ ਸੀ, ਉਹ ਇਮਰਾਨ ਦਾ ਦੋਸਤ ਸੀ ਸਿੰਧੂ ਤੇ ਉਹ ਲੈ ਗਿਆ ਕ੍ਰੈਡਿਟ। ਅਦਰਵਾਈਜ਼ ਆਲ ਕ੍ਰੈਡਿਟ ਗੋਜ਼ ਆਈਦਰ ਟੂ ਅਸ ਆਰ ਟੂ ਲੰਡਨ 6 ਨਨ ਐਲਸ। ਤੁਸੀਂ ਬਾਦਲਾਂ ਦੇ ਨਾਲ ਇੱਕ ਸੈਕਿੰਡ ਅਸੀਂ ਬਿਆਨਾਂ ਦੇ ਵਿੱਚ ਜਦੋਂ ਸਿੱਖਾਂ ਦੀ ਉੱਥੇ ਕਤਲੋ ਗਾਰਤ ਹੋਈ, ਬਿਆਨਾਂ ਦੇ ਵਿੱਚ ਦੱਸੋ ਕਿਹੜਾ ਸਿੱਖ ਲੀਡਰ ਉੱਥੇ ਪੁੱਛਣ ਗਿਆ ਸਿੱਖਾਂ ਨੂੰ? ਅਸੀਂ ਦੋਵੇਂ ਭਰਾ ਗਏ ਆਪਣੀ ਟਿਕਟ ਖਰਚ ਕੇ, ਆਪਣੇ ਪੈਸੇ ਤੇ ਹੋਟਲ ਰਹਿ ਕੇ। ਤੁਸੀਂ ਦੱਸੋ ਕਿਹੜਾ ਲੀਡਰ ਗਿਆ? ਤੁਹਾਡੇ ਚੋਂ ਕੋਈ ਗਿਆ? ਕਿਸੇ ਦੀ ਹਿੰਮਤ ਪਈ ਹੈ? ਕਿਸੇ ਦੀ ਹਿੰਮਤ ਨਹੀਂ ਪਈ। ਪਰ ਸਿੱਖ ਨੂੰ ਜਿੱਥੇ ਵੀ ਲੋੜ ਪਈ ਹੈ ਅਸੀਂ ਉੱਥੇ ਗਏ ਹਾਂ, ਉੱਥੇ ਮਦਦ ਵੀ ਕੀਤੀ ਹੈ। ਹਿੰਦੁਸਤਾਨ ਦੇ ਟਾਪ ਦਾ ਵਕੀਲ ਜਿਹੜਾ ਹੈਗਾ ਉਹ ਅਸੀਂ ਉਹਨਾਂ ਨੂੰ ਕਰਕੇ ਦਿੱਤਾ ਵੀ ਉਹ ਉਹਨਾਂ ਦਾ ਕੇਸ ਲੜੇ। ਅੱਛਾ, ਜਦੋਂ ਤੁਸੀਂ ਬਾਦਲ ਸਾਹਿਬ ਹੋਰਾਂ ਦੇ ਨਾਲ ਇਕੱਠੇ ਹੋਏ ਤਾਂ ਉਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਕੇਂਦਰ ਦੇ ਵਿੱਚ ਸਰਕਾਰ ਰਹੀ ਹੈ ਬੀਜੇਪੀ ਦੀ, ਉਦੋਂ ਬੀਜੇਪੀ ਦੇ ਨਾਲ ਭਾਈਵਾਲ ਸੀ, ਉਦੋਂ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ? ਉਦੋਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛਡਵਾਇਆ? ਤੁਸੀਂ ਇਹ ਸਵਾਲ ਬਾਦਲ ਸਾਹਿਬ ਉਹਨਾਂ ਨੂੰ ਪੁੱਛਿਆ? ਅਸੀਂ ਜਾਤੀ ਤੌਰ ਦੇ ਉੱਤੇ ਸਨ 2000 ਦੇ ਬਲੈਕ ਲਿਸਟ ਖਤਮ ਕਰਨ ਦੇ ਵਿੱਚ ਔਰ ਜਿਹੜੇ ਬੰਦੀ ਸਿੰਘ ਸਾਨੂੰ ਰਿਹਾਈ ਵਾਸਤੇ ਲੱਗੇ ਹੋਏ ਹਾਂ ਫਰਾਮ 2002
ਸਹਿਮਤ ਹੋ ਤੇ ਇਹ ਦੇਖ ਲਓ ਕਿਹੜੀ ਵੀ ਸਰਕਾਰ, ਅਸੀਂ ਉਸ ਵਕਤ ਜਿਹੜੇ ਸਰਕਾਰ ਵਿੱਚ ਸਨ ਅਸੀਂ ਉਹਨਾਂ ਦੇ ਖਿਲਾਫ ਸਾਂ, ਅਸੀਂ ਉਹਨਾਂ ਕੋਲ ਮੰਗਦੇ ਰਹੇ ਹਾਂ, ਹੁਣ ਵੀ ਮੰਗਾਂਗੇ ਸਰਕਾਰ ਕੋਲੋਂ। ਅਸੀਂ ਜਦੋਂ ਬਾਦਲ ਸਾਹਿਬ ਨੂੰ ਛੱਡਿਆ ਉਸ ਵਕਤ ਸਰਵੇ ਸਰਵਾ ਤੇ ਆਲ ਪਾਵਰਫੁਲ ਪਰਸਨੈਲਿਟੀ ਬਾਦਲ ਸਾਹਿਬ ਸਨ। ਜੋ ਚਾਹੁੰਦੇ ਕਿਸੇ ਨੂੰ ਦੇਣਾ ਚਾਹੁੰਦੇ ਉਹ ਦੇ ਸਕਦੇ ਸਨ। ਜਦ ਅਸੀਂ ਜੁਆਇਨ ਕੀਤਾ ਤੇ ਅਸੀਂ ਇਹ ਆਸ ਰੱਖ ਕੇ ਨਹੀਂ ਜੁਆਇਨ ਕੀਤਾ ਵੀ ਇਹ ਸਾਨੂੰ ਕੁਝ ਦੇਣਗੇ। ਅਸੀਂ ਇਹ ਆਸ ਰੱਖ ਕੇ ਜੁਆਇਨ ਕੀਤਾ। ਅੱਜ ਸਿੱਖ ਪੰਥ ਨੂੰ ਇੱਕ ਸਿੱਖ ਜਥੇਬੰਦੀ ਦੀ ਲੋੜ ਹੈਗੀ ਔਰ ਉਹ ਸਿੱਖ ਜਥੇਬੰਦੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਹੈਗੀ ਔਰ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਗੱਲ ਕਰ ਸਕਦੀ ਹੈ। ਔਰ ਜੇ ਇਹ ਜਥੇਬੰਦੀ ਮਰ ਗਈ ਫਿਰ ਸਿੱਖਾਂ ਦਾ ਵੀ ਗੱਲਬਾਤ ਜਿਹੜੀ ਹੈ ਖਤਮ ਹੋ ਜਾਣੀ ਹੈ। ਜਦੋਂ ਸਰਕਾਰ ਦੇ ਵਿੱਚ ਬੀਜੇਪੀ ਸਰਕਾਰ ਸੀ, ਉਹ ਭਾਈਵਾਲ ਸੀ, ਉਦੋਂ ਕਿਉਂ ਨਹੀਂ ਕੀਤਾ ਤੁਸੀਂ? ਇਹਨਾਂ ਗੱਲਾਂ ਦੇ ਜਵਾਬ ਉਹ ਦੇਣਗੇ, ਉਹਨਾਂ ਦੇ ਗੱਲਾਂ ਦੇ ਜਵਾਬ ਮੈਂ ਕਿਸੇ ਨਾਲ ਦੇ ਸਕਦਾ। ਉਹਨਾਂ ਗੱਲਾਂ ਦੇ ਮੈਂ ਨਹੀਂ ਜਵਾਬ ਦੇ ਸਕਦਾ ਸਾਰੀਆਂ ਗੱਲਾਂ ਦੇ। ਮੈਂ ਅੱਜ ਉਹਨਾਂ ਦੇ ਨਾਲ ਖੜਾ ਹੈਗਾ ਔਰ ਮੇਰੇ ਖੜੇ ਹੋਣ ਦਾ ਸਟੈਂਡ ਇਹ ਹੈਗਾ ਸਿੱਖ ਪੰਥ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈਗੀ। ਚਾਹੇ ਉਹ ਬਾਦਲ ਹੈ, ਜੋ ਮਰਜ਼ੀ ਹੈਗਾ ਜੀ, ਜਿਹੜਾ ਵੀ ਹੈਗਾ। ਅਸੀਂ ਤਾਂ ਸਾਰੇ ਕਹਿੰਦੇ ਹਾਂ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਚਟਾਨ ਵਾਕਣ ਖੜੇ ਹਾਂ ਔਰ ਅਸੀਂ ਚਾਹੁੰਦੇ ਹਾਂ ਵੀ ਜਿਤਨੀਆਂ ਵੀ ਜਥੇਬੰਦੀਆਂ ਹੈਗੀਆਂ ਉਹ ਆਪਸੀ ਮਤਭੇਦ ਭੁਲਾ ਕੇ ਅੱਜ ਇੱਕ ਝੰਡੇ ਥੱਲੇ ਖੜੇ ਹੋ ਜਾਣ। ਔਰ ਜਿਵੇਂ ਮਿਸਲਾਂ ਨੇ ਆਪਣੇ ਔਰ ਮਿਸਲਾਂ ਵਕਤ ਇੱਕ ਹੋਏ ਸਨ ਤੇ ਉਹਨਾਂ ਨੇ ਆਪਣਾ ਰਾਜ ਬਣਾਇਆ ਸੀ। ਅੱਜ ਵੀ ਇਹ ਅੰਗਰੇਜ਼ਾਂ ਕੋਲ ਨਾ ਵਿਕਣ ਜਿਹੜੇ ਹੈਗੇ ਨੇ ਲਾਲ ਸਿੰਘ ਤੇ ਦੂਸਰਾ ਕਿਹੜਾ ਸੀ ਉਹ ਜਿਹੜਾ ਜਿਹਨੇ ਸਭਰਾਵਾਂ ਦੀ ਲੜਾਈ ਹਰਵਾਈ ਸੀ, ਦੋਵਾਂ ਨੇ ਮਿਸਰੀਆਂ ਨੇ, ਦੋ ਬਾਹਮਣ ਸਨ, ਫੌਜਦਾਰ ਸਨ ਸਿੱਖ ਫੌਜਾਂ ਦੇ। ਉਹਨਾਂ ਨੇ ਬੰਬਾਂ ਦੀ ਬਜਾਏ ਘਾਹ ਭੇਜਣੇ ਸ਼ੁਰੂ ਕਰਤੇ। ਸਭਰਾਵਾਂ ਦੀ ਲੜਾਈ ਜਿੱਤੀ ਹੋਈ ਜਿਹੜੀ ਸੀ ਸਿੱਖ ਹਾਰ ਗਏ ਸਨ ਤੇ ਸ਼ਾਹ ਮੁਹੰਮਦ ਨੇ ਕਿਹਾ ਜੀ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇੱਕ ਸਰਕਾਰ ਬਾਝੋਂ ਵੀ ਇਹ ਸਰਕਾਰ ਸਨ, ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਹ ਸਥਿਤੀ ਅਸੀਂ ਨਹੀਂ ਸੀ ਪੈਦਾ ਹੋਣ ਦਿੰਦੇ। ਜਿਹੜੇ ਸਿੱਖ ਜਥੇਬੰਦੀਆਂ ਦੇ ਅੱਡੋ ਅੱਡੀ ਰੁਖ ਨੇ ਉਹ ਇਕੱਠੇ ਹੋ ਪਾਣਗੇ? ਦੇਖੋ ਅਸੀਂ ਤਾਂ ਆਸਵੰਦ ਹੈਗੇ ਹਾਂ, ਅਸੀਂ ਚਾਹੁੰਦੇ ਵੀ ਹਾਂ, ਅਸੀਂ ਆਸਵੰਦ ਵੀ ਹਾਂ, ਪਰ ਹੁਣ ਕਿਸੇ ਨੂੰ ਕਿਤਨੀ ਕੁ ਪੀੜ ਹੈਗੀ ਪੰਥ ਦੀ ਉਹ ਦੱਸਣਗੇ। ਇਹਨਾਂ ਦੇ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਜਿਹੜਾ ਲਗਾਤਾਰ ਖਾਲਿਸਤਾਨ ਦੀ ਗੱਲ ਕਰਦਾ ਹੈ, ਜਾਂ ਫਿਰ ਜਿਹੜੀ ਆ ਜਥੇਬੰਦੀਆਂ ਨੇ ਜਿਹੜਾ ਨੋਟਾਂ ਨੂੰ ਕਹਿ ਰਹੀਆਂ ਨੇ। ਸੋ ਸਭ ਦੇ ਆਪਣੇ ਆਪਣੇ ਇੰਡੀਵਿਜੂਅਲ ਏਜੰਡੇ। ਮੈਂ ਕਿਸੇ ਦੀ ਗੱਲ ਕਰਨ ਤੇ ਪਾਬੰਦੀ ਨਹੀਂ ਲਾਉਂਦਾ, ਅਸੀਂ ਨਹੀਂ ਪਾਬੰਦੀ ਲਾਉਂਦੇ। ਮਾਨ ਸਾਹਿਬ ਸਤਿਕਾਰਯੋਗ ਹਸਤੀ ਨੂੰ ਜੋ ਉਹਨਾਂ ਨੇ ਮੰਗਣ। ਮੇਰੇ ਨਾਲ ਜ਼ਿਆਦਾ ਸਿਆਣੇ ਨੇ, ਮੇਰੇ ਨਾਲ ਜ਼ਿਆਦਾ ਐਕਸਪੀਰੀਅੰਸਡ ਹੈਗੇ। ਉਹ ਖਾਲਿਸਤਾਨ ਮੰਗਣ, ਹਿੰਦੁਸਤਾਨ ਮੰਗਣ, ਪਾਕਿਸਤਾਨ ਮੰਗਣ, ਸਿੱਖ ਰਾਜ ਮੰਗਣ, ਜੋ ਮਰਜ਼ੀ ਮੰਗਣ, ਉਹਨਾਂ ਦੀ ਮਰਜ਼ੀ ਹੈਗੀ। ਉਹ ਜੋ ਹਾਂਜੀ ਨਹੀਂ, ਮੈਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖਲੋਤਾ ਹੋਇਆ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖਲੋਤਾ ਔਰ ਮੇਰਾ ਜਿਹੜਾ ਤਾਲੁਕ ਹੈਗਾ ਉਹ ਹਿੰਦੁਸਤਾਨ ਨਾਲ ਹੈ। ਹੁਣ ਇਹ ਹੀ ਮੇਰਾ ਸਭ ਕੁਝ ਹੈਗਾ। ਆਈ ਐਮ ਨਾਟ ਪ੍ਰੋ ਖਾਲਿਸਤਾਨੀ। ਅਸੀਂ ਹਿੰਦੁਸਤਾਨ ਨੂੰ ਸਿੱਖ ਰਾਜ ਬਣਾਵਾਂਗੇ। ਸੋ ਇਹ ਸਨ ਸਦਨਾ ਬ੍ਰਦਰਜ਼, ਜਿਨ੍ਹਾਂ ਦਾ ਕਹਿਣਾ ਹੈ ਕਿ ਵੋਟਰਸ ਨੂੰ ਅਪੀਲ ਕੀਤੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਵੱਡਾ ਗੱਲ ਕਹਿ ਕੇ ਗਏ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਜਿਹੜਾ ਬੰਦੀ ਸਿੰਘਾਂ ਦੀ ਜਾਂ ਫਿਰ ਪੰਥ ਦੀ ਗੱਲ ਕਰੂਗਾ, ਪਰ ਹਿੰਦੁਸਤਾਨ ਦੇ ਵਿੱਚ ਰਹਿ ਕੇ। ਕੈਮਰਾ ਪਰਸਨ ਮਿੰਤੇਸ਼ ਦੇ ਨਾਲ ਸ਼ੈਸ਼ਵ ਨਾਗਰਾ, ਦਿੱਲੀ।